ਜੀ ਦੋਸਤੋ, ਤੇ ਪ੍ਰਾਈਮ ਮਿਨਿਸਟਰ ਸ਼ਬਾਜ਼ ਸ਼ਰੀਫ ਚੀਨ ਗਏ ਹੋਏ ਨੇ, ਔਰ ਚੀਨ ਦੇ ਵਿੱਚ ਹਾਲੇ ਤੱਕ ਦੀ ਜਿਹੜੀ ਉਹਨਾਂ ਦੀ ਮਸਰੂਫੀਅਤ ਨੇ, ਬਹੁਤ ਸਾਰੇ ਲੋਕਾਂ ਨੂੰ ਮਿਲੇ ਨੇ, ਬਹੁਤ ਸਾਰੀਆਂ ਹਕੂਮਤੀ ਸ਼ਖਸੀਅਤ ਦੇ ਨਾਲ ਉਹਨਾਂ ਦੀ ਮੁਲਾਕਾਤਾਂ ਹੋਈਆਂ। ਲੇਕਿਨ ਮੈਂ ਸਮਝਦਾ ਵਾਂ ਕਿ ਜਿਹੜੀ ਉਹਨਾਂ ਨੂੰ ਵਾਹਦ ਕਾਮਯਾਬੀ ਮੇਰੀ ਨਜ਼ਰ ਦੇ ਵਿੱਚ ਮਿਲਣ ਲਈ ਉਹ ਹੈਗੀ ਹੈ ਇੱਕ ਕੰਪਨੀ ਦੇ ਸੀਈਓ ਦੇ ਨਾਲ ਉਹਨਾਂ ਦੀ ਮੁਲਾਕਾਤ। ਔਰ ਉਸ ਕੰਪਨੀ ਦੇ ਸੀਈਓ ਨੇ 4 ਸ਼ੋਬਿਆਂ ਦੇ ਵਿੱਚ ਵਾਅਦਾ ਕੀਤਾ ਹੈ ਕਿ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕਰੇ। ਅੱਛਾ, ਉਹ ਚਾਰੇ ਸ਼ੋਬੇ ਬੜੇ ਅਹਿਮ ਨੇ। ਜ਼ਰਾਤ ਦੇ ਵਿੱਚ ਜਿੱਦਤ ਬੜੀ ਜ਼ਰੂਰੀ ਹੈ ਸਾਡੇ ਵਾਸਤੇ। ਫਿਰ ਮੋਬਾਈਲ ਫੋਨਸ ਦੀ ਮੈਨੂਫੈਕਚਰਿੰਗ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਉਹ ਜ਼ਰੂਰੀ ਹੈ। ਉਹਦੇ ਨਾਲ ਜਿਹੜਾ ਹੈਗਾ ਵੇ ਫਿਨਟੈਕ ਕਹਿੰਦੇ ਨੇ, ਫਿਨਾਂਸ ਅਤੇ ਟੈਕਨੋਲੋਜੀ ਦੀ ਜਿਹੜੀ ਕੰਪਨੀਜ਼ ਨੇ, ਜਿਹੜੀ ਮਿਕਸਚਰ ਇਹਦਾ ਹੁੰਦਾ ਹੈ, ਅਤੇ ਉਹ ਬੜਾ ਅਹਿਮ ਸ਼ੋਬਾ ਹੈ। ਨਵੀਆਂ ਚੀਜ਼ਾਂ ਨੇ ਉਹਦੇ ਵਿੱਚ। ਲੇਕਿਨ ਇੱਕ ਅਹਿਮ ਜਿਹੜਾ ਮਾਮਲਾ ਹੈ ਉਹ ਹੈਗਾ ਇਲੈਕਟ੍ਰਿਕ ਬਾਈਕਸ ਦਾ। ਇਲੈਕਟ੍ਰਿਕ ਬਾਈਕਸ ਤਾਂ ਪਾਕਿਸਤਾਨ ਦੇ ਵਿੱਚ ਜੇ ਬਣਨੀਆਂ ਸ਼ੁਰੂ ਹੋ ਜਾਣ, ਤੁਸੀਂ ਯਕੀਨ ਕਰੋ ਕਿ ਇੱਕ ਤਾਂ ਜਿਹੜੀ ਆਲੂਦਗੀ ਹੈ ਨਾ, ਇਹਦੇ 'ਚ ਬਹੁਤ ਕਮੀ ਆ ਜਾਵੇ। ਦੂਸਰਾ ਇਹ ਵੇ ਕਿ ਲੋਕਾਂ ਦੇ ਕੋਲ ਸਸਤੀਆਂ ਇਲੈਕਟ੍ਰਿਕ ਬਾਈਕਸ ਆਉਣਗੀਆਂ। ਔਰ ਤੀਸਰੀ ਗੱਲ ਇਹ ਵੇ ਕਿ ਆਲੂਦਗੀ ਤੋਂ, ਖਰਚੇ ਤੋਂ, ਔਰ ਤੇਲ ਦਾ ਜਿਹੜਾ ਸਾਡਾ ਬਿੱਲ ਹੈਗਾ ਵੇ, ਬਾਹਰ ਅਸੀਂ ਤੇਲ ਖਰੀਦਦੇ ਹਾਂ ਜਿਸ ਬਿੱਲ, ਉਹਦੇ 'ਚ ਬਹੁਤ ਕਮੀ ਆ ਜਾਏਗੀ। ਯਾਨੀ ਸਾਡਾ ਜਿਹੜਾ ਜ਼ਰ ਮੁਬਾਦਲਾ ਬਾਹਰ, ਜਿਹੜਾ ਡਾਲਰ ਸਾਡਾ ਬਾਹਰ ਜਾਂਦਾ ਉਹ ਰੁਕ ਜਾਏਗਾ। ਇਹ ਇੱਕ ਵੱਡੀ ਕਾਮਯਾਬੀ। ਔਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਥੋੜ੍ਹੇ ਜਿਹੇ ਇਹਦੇ ਦੱਸ ਦੇਵਾਂ ਫਿਗਰਸ ਕਿ ਅਸੀਂ ਜਿਹੜੀ ਇੱਥੇ ਬਾਈਕਸ ਇਸਤੇਮਾਲ ਕਰਨ ਡਏ ਹਾਂ ਸਾਡੇ ਮੁਲਕ ਦੇ ਵਿੱਚ ਕਿੰਨੀਆਂ ਨੇ। ਅਤੇ ਇੱਕ ਅੰਦਾਜ਼ਾ ਜਿਹੜਾ ਰਜਿਸਟਰਡ ਜਿਹੜੀਆਂ ਬਾਈਕਸ 23 ਮਿਲੀਅਨ ਬਾਈਕਸ ਨੇ। ਯਾਨੀ ਕੋਈ 20 ਲੱਖ 2 ਕਰੋੜ ਅਤੇ 30 ਲੱਖ 2 ਕਰੋੜ ਅਤੇ 30 ਲੱਖ ਮੋਟਰਸਾਈਕਲਾਂ ਸਾਡੇ ਮੁਲਕ ਦੇ ਵਿੱਚ ਚੱਲਣ ਡਈਆਂ ਨੇ। ਅਤੇ ਰੋਜ਼ ਦਾ ਜੇ ਤੁਸੀਂ 1-1 ਲੀਟਰ ਵੀ ਲਾਓ, ਵੈਸੇ ਇਹਦੇ 'ਚ ਸਾਰੀਆਂ ਮੋਟਰਸਾਈਕਲਾਂ 1 ਲੀਟਰ 'ਤੇ ਤਾਂ ਨਹੀਂ ਚੱਲਦੀਆਂ ਹੋਣੀਆਂ, ਅਤੇ 1-1 ਲੀਟਰ ਵੀ ਲਾਓ ਅਤੇ 2 ਕਰੋੜ ਅਤੇ 30 ਲੱਖ ਲੀਟਰ ਰੋਜ਼ ਦਾ ਪੈਟਰੋਲ ਲੱਗਦਾ। ਔਰ ਇਹਦੀ ਵਜ੍ਹਾ ਨਾਲ ਜਿਹੜਾ ਕਾਰਬਨ ਦਾ ਹੈਗਾ ਵੇ, ਯਾਨੀ ਸਿਹਤ ਨੂੰ ਖਰਾਬ ਕਰਨ ਵਾਲੇ, ਮਾਹੌਲੀਆਤੀ ਆਲੂਦਗੀ ਫੈਲਾਉਣ ਵਾਲੇ ਜਿਹੜੇ ਮਾਦੇ ਨੇ, 30% ਇਹ ਹਿੱਸਾ ਮੋਟਰਸਾਈਕਲਾਂ ਦਾ ਹੈ। ਯਾਨੀ ਅਗਰ ਉਹਨੂੰ ਲਗਭਗ ਤੁਸੀਂ ਕਰ ਲਓ ਕਿ 3 ਹਿੱਸੇ ਕਰਨੇ ਨੇ, ਅਤੇ ਤੀਸਰਾ ਹਿੱਸਾ ਦੇ ਕਰੀਬ ਉਹ ਸਿਰਫ ਮੋਟਰਸਾਈਕਲਾਂ ਦੀ ਵਜ੍ਹਾ ਨਾਲ ਆਲੂਦਗੀ ਫੈਲਦੀ। ਸੜਕ 'ਤੇ ਜਾਈਏ ਨਾ, ਅਤੇ ਮੂੰਹ ਇੰਝ ਉਸ ਘਰ ਪਹੁੰਚ ਕੇ ਰੁਮਾਲ ਲਾ ਕੇ ਵੇਖੋ ਜਾਂ ਟਿਸ਼ੂ, ਅਤੇ ਤੁਹਾਡਾ ਟਿਸ਼ੂ ਜਿਹੜਾ ਕਾਲਾ ਹੋ ਜਾਏਗਾ ਜੇ ਤੁਸੀਂ ਸੜਕ ਦੇ ਉੱਤੇ ਫਿਰਦੇ ਜੇ। ਇਸੇ ਤਰ੍ਹਾਂ ਸਾਹ ਲੈਣ ਦੇ ਉੱਤੇ, ਸੜਕ ਦੇ ਉੱਤੇ ਸਾਹ ਲਵੋ ਤੁਸੀਂ ਔਰ ਮਾਸਕ ਨਾ ਲਿਆ ਹੋਵੇ, ਅਤੇ ਥੋੜ੍ਹੇ ਮਿੰਟਾਂ ਬਾਅਦ ਉਹਦਾ ਵੀ ਇਫੈਕਟ ਹੈਗਾ। ਇਹ ਜੇ ਕੋਈ ਮਸ਼ੀਨ ਚੈੱਕ ਕਰੇ ਤਾਂ ਦੱਸੇ ਕਿ ਕਿੰਨੇ ਸਾਡੇ ਅੰਦਰ ਰੋਜ਼ ਆਲੂਦਗੀ ਜਾਂਦੀ। ਫਿਰ ਜਿਹੜਾ ਸ਼ੋਰ ਹੈ, ਇਹ ਇਹਦੀ ਅਲੱਗ ਇੱਕ ਪਰੇਸ਼ਾਨੀ ਹੈਗੀ। ਔਰ ਸਭ ਨਾਲੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਕਿ ਬੱਚਿਆਂ ਦੇ ਕੋਲ ਵਾਲਦੈਨ ਦੇ ਕੋਲ ਬੱਚਿਆਂ ਵਾਸਤੇ ਪੈਸੇ ਨਹੀਂ ਆਉਂਦੇ। ਸਾਡੀ ਕੂਵਤ ਜਿਹੜੀ ਹੈ ਖਰਚ ਕਰਨ ਦੀ, ਉਹ ਘਟ ਗਈ। ਹੁਣ ਬੱਚਿਆਂ ਨੇ ਮੋਟਰਸਾਈਕਲ ਲੈ ਕੇ ਜਾਣਾ ਹੈ ਸਕੂਲ, ਕਾਲਜ, ਯੂਨੀਵਰਸਿਟੀ। ਪਹਿਲੇ ਤਾਂ ਬਿਹਤਰ ਇਹ ਕਿ ਉਹਨਾਂ ਵਾਸਤੇ ਉਹ ਬੱਸਾਂ ਹੀ ਲੱਗਣ, ਜਿਹੜੀਆਂ ਨੇ ਇਲੈਕਟ੍ਰਿਕ ਬੱਸਾਂ ਜਾਂ ਫਿਰ ਸੋਲਰ ਬੱਸਾਂ। ਲੇਕਿਨ ਬਿਲਫਰਜ਼ ਉਹ ਨਹੀਂ ਹੁੰਦਾ, ਅਤੇ ਫਿਰ ਤੁਸੀਂ ਉਹਨਾਂ ਨੂੰ ਅਗਰ ਸੋਲਰ ਜਾਂ ਇਲੈਕਟ੍ਰਿਕ ਬਾਈਕਸ ਦੇ ਦਿਓ ਅਤੇ ਇਹਦੇ ਨਾਲ ਬੜੀ ਸਹੂਲਤ ਹੋ ਜਾਏਗੀ। ਅੱਛਾ, ਇਹ ਪੂਰਾ ਇੱਕ ਮੰਜ਼ਰਨਾਮਾ ਤਬਦੀਲ ਕਰਨ ਵਾਲਾ ਫੈਸਲਾ ਹੈ। ਇਹ ਮੈਂ ਇਸ ਵਾਸਤੇ ਇਹਨੂੰ ਬੜੀ ਅਹਿਮੀਅਤ ਦੇ ਰਿਹਾ ਵਾਂ ਕਿ ਅਗਰ ਸ਼ਬਾਜ਼ ਸ਼ਰੀਫ ਸਾਹਿਬ ਦੇ ਇਸ ਦੌਰੇ ਦੇ ਨਾਲ ਪਾਕਿਸਤਾਨ ਦੇ ਵਿੱਚ ਚਾਈਨਾ ਇਲੈਕਟ੍ਰਿਕ ਬਾਈਕਸ ਬਣਾਉਣ ਲੱਗਦਾ ਹੈ, ਅਤੇ ਤੁਸੀਂ ਅੰਦਾਜ਼ਾ ਕਰੋ ਕਿ ਕੁਝ ਅਰਸਾ ਪਹਿਲੇ ਤੱਕ, ਯਾਨੀ ਅੱਜ ਤੋਂ 15-20 ਸਾਲ ਪਹਿਲੇ, ਇਹ ਜਿਹੜੀ ਇੱਕ ਹੋਂਡਾ ਮੋਟਰਸਾਈਕਲ ਸੀ CD, ਉਹ ਬੜੀ ਮਹਿੰਗੀ ਮਿਲਦੀ ਸੀ। ਅਤੇ ਫਿਰ ਚਾਈਨਾ ਦੀਆਂ ਅਤੇ ਚਾਈਨਾ ਦੇ ਪੁਰਜ਼ੇ ਲਿਆ ਕੇ ਉੱਥੋਂ ਇੱਥੇ ਅਸੈਂਬਲ ਕਰਨ ਵਾਲੀਆਂ ਕੰਪਨੀਆਂ ਜਿਹੜੀਆਂ ਦੇਸੀ ਨੇ, ਉਹਨਾਂ ਨੇ ਜਦੋਂ ਕੰਮ ਸ਼ੁਰੂ ਕੀਤਾ ਅਤੇ 30-35 ਹਜ਼ਾਰ ਦੀ ਮੋਟਰਸਾਈਕਲ ਮਿਲਣੀ ਸ਼ੁਰੂ ਹੋ ਗਈ। ਉਹ ਠੀਕ ਹੈ, ਉਹ ਪਾਏਦਾਰੀ ਦੀ ਇੱਕ ਗੱਲ ਹੁੰਦੀ ਜਾਂ ਕੋਈ ਕੁਆਲਿਟੀ ਦਾ ਮਸਲਾ ਹੁੰਦਾ, ਲੇਕਿਨ ਲੋਕਾਂ ਦੀ ਬੁਨਿਆਦੀ ਜ਼ਰੂਰਤ ਜਿਹੜੀ ਉਹ 70-80 ਹਜ਼ਾਰ ਦੀ ਬਜਾਏ ਉਹ 30-35 ਹਜ਼ਾਰ ਦੇ ਵਿੱਚ ਪੂਰੀ ਹੋਣੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਹੁਣ ਜਿਹੜੀ ਇਲੈਕਟ੍ਰਿਕ ਬਾਈਕ ਹੈਗੀਆਂ ਨੇ, ਉਹ ਅਗਰ ਮਾਰਕੀਟ 'ਚੋਂ ਲਵੋ ਅਤੇ ਉਹ 2 ਲੱਖ ਦੇ ਤੋਂ ਘੱਟ ਨਹੀਂ ਹੈਗੀ, ਇਸ ਤੋਂ ਜ਼ਿਆਦਾ ਹੀ ਹੈਗੀ। 1.5-2.5 ਲੱਖ, 3 ਲੱਖ, 4 ਲੱਖ ਇਹਨੇ ਦੀ ਮੋਟਰਸਾਈਕਲ ਇਲੈਕਟ੍ਰਿਕ ਮਿਲਦੀ ਪਈ। ਅਤੇ ਜਦੋਂ ਇੱਥੇ ਫੈਕਟਰੀ ਲੱਗ ਗਈ ਔਰ ਉਹ ਫੈਕਟਰੀ ਸਾਲਾਨਾ ਹਜ਼ਾਰਾਂ ਮੋਟਰਸਾਈਕਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਅਤੇ ਫਿਰ ਇਹ ਜਿਹੜਾ ਇੱਕ ਡਿਮਾਂਡ ਐਂਡ ਸਪਲਾਈ ਵਾਲਾ ਜਿਹੜਾ ਮਸਲਾ ਹੈ ਨਾ,
ਉਹ ਸਪਲਾਈ ਵਧੇਗੀ, ਫਿਰ ਡਿਮਾਂਡ ਤਾਂ ਆਲਰੇਡੀ ਹੈਗੀ ਅਤੇ ਸਪਲਾਈ ਵਧੇਗੀ ਅਤੇ ਫਿਰ ਕੀਮਤਾਂ ਜਿਹੜੀਆਂ ਨੇ ਉਹ ਘੱਟ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਫਿਰ ਇੱਥੇ ਇੱਕ ਪੋਜ਼ੀਟਿਵ ਚੀਜ਼ ਸਾਨੂੰ ਨਜ਼ਰ ਆਉਣੀ ਸ਼ੁਰੂ ਹੋਵੇਗੀ। ਇਹ ਮੈਂ ਇਸ ਵਾਸਤੇ ਕਹਿ ਰਿਹਾ ਕਿ ਇਹ ਅਗਰ ਫੈਸਲੇ ਉੱਤੇ ਅਮਲ ਦਰਾਮਦ ਹੋ ਜਾਂਦਾ ਔਰ ਜਿਹੜੀ ਟਰਾਂਸਏਸ਼ੀਅਨ ਹੋਲਡਿੰਗਸ ਕੰਪਨੀ ਹੈ ਇਹਦੇ ਚੇਅਰਮੈਨ ਜ਼ੂ ਜ਼ਾਓ ਜਿਆਂਗ ਜਿਹੜੇ ਨੇ ਉਹ ਐਗਰੀ ਹੋ ਗਏ ਨੇ ਇਹਦੇ ਉੱਤੇ ਅਤੇ ਉਹਨਾਂ ਨੇ ਜਨਾਬ ਕਿਹਾ ਕਿ ਅਸੀਂ ਇੱਥੇ ਕੰਮ ਕਰਾਂਗੇ, ਇਹਦੇ ਵਿੱਚ ਸਰਮਾਇਆਕਾਰੀ ਵੀ ਕਰਾਂਗੇ। ਲੇਕਿਨ ਇਹ ਹੁਣ ਹਕੂਮਤ ਪਾਕਿਸਤਾਨ ਦੇ ਉੱਤੇ ਆਉਂਦਾ ਕਿ ਇਹ ਜਦੋਂ ਕੋਈ ਇੱਥੇ ਸਰਮਾਇਆਕਾਰੀ ਵਾਸਤੇ ਤਿਆਰ ਹੋ ਜਾਂਦਾ ਅਤੇ ਫਿਰ ਵਾਅਦੇ ਤਾਂ ਹਕੂਮਤ ਕਰ ਦਿੰਦੀ। ਫਿਰ ਇਹ ਵੀ ਹੁੰਦਾ ਕਈ ਵਾਰ ਕਿ ਇੱਕ ਹਕੂਮਤ ਦਾ ਬੰਦਾ ਵਾਅਦਾ ਕਰ ਲੈਂਦਾ ਅਤੇ ਦੂਸਰਾ ਪਿਛਾ ਹੋ ਜਾਂਦਾ। ਮੈਨੂੰ ਵਾਕਿਆ ਯਾਦ ਆ ਜਾਂਦਾ ਕਿ 2008 ਦੇ ਅਤੇ 2013 ਤੱਕ ਦੀ ਜਿਹੜੀ ਹਕੂਮਤ ਸੀ ਅਤੇ ਸ਼ਬਾਜ਼ ਸ਼ਰੀਫ ਸਾਹਿਬ ਦੀ, ਅਤੇ ਮੇਰੇ ਇੱਕ ਮਿਲਣ ਵਾਲੇ ਸਨ, ਉਹਨਾਂ ਨੇ ਕਿਹਾ ਜੀ ਕਿ ਅਸੀਂ ਲਾਹੌਰ ਦੇ ਵਿੱਚ 3000 ਬੱਸਾਂ ਚਲਾਉਣੀਆਂ ਨੇ। ਉਹ ਸ਼ਬਾਜ਼ ਸ਼ਰੀਫ ਸਾਹਿਬ ਨੂੰ ਮਿਲੇ, ਇਹਨਾਂ ਨੇ ਕਿਹਾ ਜੀ ਕਿ ਬਿਲਕੁਲ ਬੱਸਾਂ ਚਲਾਓ ਗੈਸ ਦੇ ਉੱਤੇ। ਔਰ ਫਿਰ ਇਹਨਾਂ ਨੇ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਸਰਕਾਰੀ ਬੰਦਾ ਪੈਸੇ ਮੰਗੇ ਅਤੇ ਤੁਸੀਂ ਕਿਹਾ ਜੀ ਕਿ CM ਸਾਹਿਬ ਦਾ ਆਰਡਰ ਹੈ ਜਾਂ ਅਸੀਂ ਉਹਨਾਂ ਦਾ ਕੰਮ ਕਰਨ ਦੇ ਪੈਸੇ ਨਹੀਂ ਦੇਣੇ। ਉਹ ਜਿਹੜੇ ਲੋਕ ਸਨ ਮੇਰੇ ਮਿਲਣ ਵਾਲੇ ਸਨ, ਉਹਨਾਂ ਨੇ ਬੱਸਾਂ ਦਾ ਆਰਡਰ ਕੀਤਾ। ਉਹਨਾਂ ਨੇ ਨਾਲ ਪ੍ਰੋਜੈਕਟ ਦਿੱਤਾ ਕਿ ਲਾਹੌਰ ਦੇ ਵਿੱਚ ਸੁੰਦਰ ਸਟਰੀਟ ਜਿਹੜਾ ਇੰਡਸਟਰੀਅਲ ਏਰੀਆ ਉੱਥੇ ਇੱਕ ਆਟੋਮੋਬਾਈਲਸ ਦੀ ਯੂਨੀਵਰਸਿਟੀ ਹੋਵੇਗੀ, ਆਟੋਮੋਬਾਈਲਸ ਦਾ ਕਾਰਖਾਨਾ ਹੋਵੇਗਾ, ਯਾਨੀ ਬੱਸਾਂ ਵੀ ਉੱਥੋਂ ਬਣਨਗੀਆਂ ਔਰ ਯੂਨੀਵਰਸਿਟੀ ਹੋਵੇਗੀ ਜਿਹੜੀ ਕਾਰਾਂ ਅਤੇ ਬੱਸਾਂ ਦੀ ਤਾਲੀਮ ਦੇਵੇਗੀ। ਇਹ ਬੜਾ ਇੱਕ ਵੱਡਾ ਪ੍ਰੋਜੈਕਟ ਸੀ ਔਰ ਚਾਈਨਾ ਦੀ ਇਨਵੈਸਟਮੈਂਟ ਸਨ ਔਰ ਸਾਰਾ ਕੁਝ ਹੋ ਰਿਹਾ ਸੀ। ਫਿਰ ਇੰਝ ਹੋਇਆ ਕਿ ਉਹ ਬਾਰ-ਬਾਰ ਉਹਨਾਂ ਨੇ 36 ਬੱਸਾਂ ਕੁਝ ਚਲਾਈਆਂ ਲਾਹੌਰ ਸਟੇਸ਼ਨ ਤੋਂ ਗ੍ਰੀਨ ਟਾਊਨ ਤੱਕ। ਉਸ ਤੋਂ ਬਾਅਦ ਜਿਹੜਾ ਸੈਕਟਰੀ ਜਿਹੜੇ ਟਰਾਂਸਪੋਰਟ ਸਨ ਉਸ ਜ਼ਮਾਨੇ ਦੇ ਔਰ ਬਾਕੀ ਲੋਕ, ਉਹਨਾਂ ਨੇ ਇਜਾਜ਼ਤ ਨਾ ਦਿੱਤੀ। ਬੱਸਾਂ ਹੁਣ ਮਜ਼ੀਦ ਆ ਕੇ ਕਰਾਚੀ ਪੋਰਟ 'ਤੇ ਖੜੀਆਂ ਉਹਨਾਂ ਦੀਆਂ, ਪਰ ਉਹਨਾਂ ਨੂੰ ਇਜਾਜ਼ਤ ਨਾ ਮਿਲੀ। ਉਹ ਆਖਰ ਤੰਗ ਹੋ ਕੇ ਸੈਕਟਰੀ ਕੋਲ ਗਏ। ਉਹਨਾਂ ਨੇ ਕਿਹਾ ਜਨਾਬ ਸਾਨੂੰ CM ਸਾਹਿਬ ਨੇ ਕਿਹਾ ਹੋਵੇ ਅਤੇ ਅਸੀਂ ਇਹ ਮਾਹੌਲ ਦੋਸਤ ਬੱਸਾਂ ਲੈ ਕੇ ਆ ਰਹੇ ਅਤੇ ਉਹ ਬੱਸਾਂ ਉੱਥੇ ਕਰਾਚੀ 'ਚ ਪਈਆਂ ਨੇ ਅਤੇ ਖਰਾਬ ਹੁੰਦੀਆਂ ਪਈਆਂ ਨੇ ਅਤੇ ਸਾਨੂੰ ਇੱਥੇ ਕਿਉਂ ਨਹੀਂ ਤੁਸੀਂ ਲਿਆਉਂਦੇ ਨੇ। ਅਤੇ ਉਹਨਾਂ ਦੇ ਸੈਕਟਰੀ ਸਾਹਿਬ ਨੇ ਤਾਂ ਡਿਮਾਂਡ ਨਾ ਕੀਤੀ, ਲੇਕਿਨ ਉਹਨਾਂ ਦੇ ਲਾਗੇ ਦੇ ਜਿਹੜੇ ਲੋਕ ਸਨ ਉਹਨਾਂ ਨੇ ਉਹ ਮੇਰੇ ਦੋਸਤਾਂ ਨੂੰ ਕਿਹਾ ਕਿ ਜਨਾਬ ਫੀ ਬੱਸ ਇੰਨੇ ਪੈਸੇ ਜਿਹੜੇ ਨੇ ਉਹ ਤੁਸੀਂ ਦਿਓ ਅਤੇ ਫਿਰ ਇਹ ਬੱਸਾਂ ਸੜਕਾਂ 'ਤੇ ਆ ਸਕਦੀਆਂ। ਇਹਨਾਂ ਨੇ ਕਿਹਾ ਜੀ ਸਾਨੂੰ ਤਾਂ CM ਸਾਹਿਬ ਨੇ ਕਿਹਾ, ਉਦੋਂ ਸ਼ਬਾਜ਼ ਸ਼ਰੀਫ ਸਾਹਿਬ CM ਸਨ, ਅਤੇ ਉਹਨਾਂ ਕਿਹਾ ਸਾਨੂੰ ਤਾਂ ਮਨਾ ਕੀਤਾ ਉਹਨਾਂ ਨੇ ਕਿ ਤੁਸੀਂ ਪੈਸੇ ਨਹੀਂ ਦੇਣੇ। ਅਤੇ ਉਹਨਾਂ ਕਿਹਾ ਫਿਰ ਸ਼ਬਾਜ਼ ਸ਼ਰੀਫ ਸਾਹਿਬ ਨੂੰ ਕਹੋ ਕਿ ਉਹੀ ਬੱਸਾਂ ਚਲਾ ਲਓ। ਉਹ ਬੱਸਾਂ ਨਹੀਂ ਚੱਲੀਆਂ ਔਰ ਆਖਰ ਇਹ ਹੋਇਆ ਕਿ ਜਿਹੜੇ ਉਹ ਮੇਰੇ ਦੋਸਤ ਚੀਨੀ ਇਨਵੈਸਟਰਸ ਨੂੰ ਲੈ ਕੇ ਆ ਰਹੇ ਸਨ, ਜਿਨ੍ਹਾਂ ਨੇ ਇੱਥੇ ਆਟੋਮੋਬਾਈਲਸ ਦੀ ਯੂਨੀਵਰਸਿਟੀ ਬਣਾਉਣੀ ਸੀ, ਜਿਨ੍ਹਾਂ ਨੇ ਇੱਥੇ ਕਾਰਖਾਨਾ ਲਾਉਣਾ ਸੀ ਬੱਸਾਂ ਦਾ, ਉਹ ਚਲੇ ਗਏ ਔਰ ਉਹਨਾਂ ਦੇ ਜਿਹੜਾ ਤਾਲੁਕ ਸੀ ਉਹ ਵੀ ਖਰਾਬ ਹੋਇਆ ਉਹਨਾਂ ਦੇ ਨਾਲ, ਆਪਣੇ ਪਾਰਟਨਰਸ ਦੇ ਨਾਲ। ਸੋ ਅਸੀਂ ਇਹ ਤੋਕੋ ਕਰਨੇ ਕਿ ਇਸ ਦਫਾ ਸ਼ਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਨਾਲ ਅਗਰ ਇਹ ਕੰਪਨੀ ਦੇ CEO ਨੇ ਮੁਲਾਕਾਤ ਕੀਤੀ ਔਰ ਅਗਰੀ ਹੋਇਆ ਵੇ ਕਿ ਇੱਥੇ ਮੋਬਾਈਲ ਫੋਨ ਦੇ ਯੂਨਿਟ ਲਾਵੇਗਾ, ਜ਼ਰਾਤ ਦੇ ਵਿੱਚ ਜਿੱਦਤਕਾਰੀ ਲੈ ਕੇ ਆਏਗਾ, ਨਵੀਂ ਜ਼ਰਾਤ ਕਰੇਗਾ ਔਰ ਫਿਰ ਇਲੈਕਟ੍ਰਿਕ ਬਾਈਕਸ ਦਾ ਕਾਰਖਾਨਾ ਲਾਏਗਾ, ਅਤੇ ਫਿਰ ਉਹਦੇ ਜਿਹੜੀ ਪਿਛਲੀਆਂ ਤਜਰਬੇ ਨੇ, ਜਿਹੜੀਆਂ ਖਰਾਬੀਆਂ ਨੇ ਉਹਨੂੰ ਜ਼ੇਨ ਰੱਖਦੇ ਹੋਏ ਗਵਰਨਮੈਂਟ ਉਹ ਹਰ ਜਿਹੜਾ ਕੰਮ ਹੈ ਉਹ ਕਰਨ ਤੋਂ ਪਰਹੇਜ਼ ਕਰੇਗੀ ਜਾਂ ਉਹਦੀ ਨਿਗਰਾਨੀ ਕਰੇਗੀ, ਜਿਹਦੀ ਵਜ੍ਹਾ ਨਾਲ ਸਰਮਾਇਆਕਾਰ ਭੱਜਦੇ ਨੇ। ਅਤੇ ਖੁਸ਼ ਰਹੋ ਜਨਾਬ, ਵਸਦੇ ਰਹੋ। ਉਮੀਦ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਵੀ ਕਰੋਗੇ, ਸ਼ੇਅਰ ਕਰੋਗੇ ਔਰ ਉਸ ਤੋਂ ਬਾਅਦ ਇਹਨੂੰ ਸਬਸਕ੍ਰਾਈਬ ਵੀ ਕਰੋ।